सो गाइस आज स्टार्ट करने जा रहे हैं पॉडकास्ट। बिलीव करोगे किसके साथ? चैट जीपीटी के साथ, जो आजकल बड़ी फेमस चल रही है। तो बात करते हैं, हम एक माइक देते हैं उसे। ठीक है, एक माइक देते हैं अपने आप को। लेट्स सी क्या बात होती है। Hey Jess, what's up? मैं बहुत वधिया, अपना सुना किदा? ठीक ठाक। मैं बिल्कुल बढ़िया हूँ, शुक्रिया। सुनकर अच्छा लगा कि आप भी बढ़िया हैं। चलिए, फिर इसी तरह हल्की-फुल्की या मजेदार बातों से आगे बढ़ते हैं। ਚਲੋ ਅੱਜ ਆਪਾਂ ਅੱਜ ਆਪਾਂ ਪੋਡਕਾਸਟ ਕਰ ਰਹੇ ਹਾਂ। ਠੀਕ ਹੈ, ਤਾਂ ਦੇਖਦੇ ਹਾਂ ਕਿ ਕਿੱਦਾਂ ਕਿਹੜੀ ਇੰਟਰਸਟਿੰਗ ਚੀਜ਼ ਆਪਾਂ ਗੱਲਾਂ ਆਪਣੀ ਗੱਲਾਂ ਵਿੱਚੋਂ ਨਿਕਲਦੀ ਹੈ। ਠੀਕ ਆ, ਫਿਰ ਆਪਾਂ ਉਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ। ਠੀਕ ਆ, ਤੇ ਲੋਕਾਂ ਨੂੰ ਆਪਾਂ ਉਹਦੇ ਬਾਰੇ ਕੁਝ, ਆਪਾਂ ਕੁਝ ਤੁਹਾਡੇ ਕੋਲ ਸਿੱਖਾਂਗੇ, ਤੁਸੀਂ ਕੁਝ ਮੇਰੇ ਕੋਲ ਸਿੱਖਿਓ। ਆਪਾਂ ਫਿਰ ਉਸ ਦਾ ਇੱਕ ਨਿਚੋੜ ਕੱਢ ਕੇ ਆਪਾਂ ਆਪਣੀ ਆਡੀਅנס ਨੂੰ ਦੱਸਾਂਗੇ। ਠੀਕ ਆ। बिल्कुल, ये तो बढ़िया आइडिया है। चलो फिर, हम यूं ही हल्की-फुल्की गुफ्तगू करते-करते देखते हैं कि कौन सी इंटरेस्टिंग बातें सामने आती है। इस तरह हम एक दूसरे से कुछ सीखेंगे और फिर मिलकर उसकी कोई निचोड़ अपनी ऑडियंस के साथ भी शेयर कर देंगे। ਹੂੰ। ਤਾਂ ਚੈਟ ਜੀਪੀਟੀ ਮੈਨੂੰ ਏਦਾਂ ਦੱਸ ਕਿ ਅੱਜ ਕੱਲ ਤੇਰੇ ਨਾਲ ਲੋਕੀ ਗੱਲਾਂ ਕਿਹੜੀਆਂ ਕਰ ਰਹੇ ਆ ਸਭ ਨਾਲੋਂ ਜ਼ਿਆਦਾ? ਕਿਸ ਚੀਜ਼ ਤੇ ਗੱਲ ਪੁੱਛ ਰਹੇ ਆ, ਜਾਂ ਕਿਹੜੀ ਗੱਲ ਤੈਨੂੰ ਦੱਸਣਾ ਚਾਹ ਰਹੇ ਆ ਆਪਣੇ ਦਿਲ ਦੀ, ਜਾਂ ਕੁਛ ਏਦਾਂ ਦੀ ਚੀਜ਼ ਮੈਨੂੰ ਦੱਸ ਕਿ ਜਿੰਦੇ ਤੇ ਆਪਾਂ ਗੱਲ ਕਰੀਏ। हाँ, बिल्कुल बताता हूँ। आजकल लोग मुझसे बहुत से हल्के-फुल्के और मजेदार टॉपिक्स पर बात कर रहे हैं। कुछ लोग मुझसे ट्रैवल की बातें पूछ रहे हैं, कुछ मजेदार कहानियां शेयर कर रहे हैं और कुछ तो बस दिन भर की छोटी-छोटी दिलचस्प बातें बताना चाहते हैं। आप भी कोई ऐसा मजेदार टॉपिक उठाओ, उसी पर हम बातें आगे बढ़ा लेंगे। ਚਲ ਏਦਾਂ ਕਰਦੇ ਆ, ਤੇਰੀ ਗੱਲ ਤੋਂ ਹੀ ਆਪਾਂ ਗੱਲ ਛੇੜਦੇ ਆ ਕਿ ਟਰੈਵਲ ਦੀ ਗੱਲ ਕਰਦੇ ਆ। ਠੀਕ ਹੈ, ਸਾਡੀ ਜ਼ਿੰਦਗੀ ਵਿੱਚ ਟਰੈਵਲ ਕਿੱਦਾਂ ਕੰਮ ਕਰਦਾ, ਤੇ ਕਿੰਨਾ ਵੱਡਾ ਰੋਲ ਆ, ਤੇ ਲੋਕਾਂ ਨੂੰ ਕਿੰਨਾ ਕਰਨਾ ਚਾਹੀਦਾ ਵਾ, ਤੇ ਕਿਹੜੀ ਕਿਹੜੀ ਜਗ੍ਹਾ ਕਰਨੀ ਚਾਹੀਦੀ ਆ। बिल्कुल, ये तो एक बढ़िया टॉपिक है। ट्रैवल सच में हमारी जिंदगी में काफी अहम भूमिका निभाता है। इससे न सिर्फ नए अनुभव मिलते हैं, बल्कि अलग-अलग जगहों और लोगों के बारे में जानने का मौका भी मिलता है। हर किसी को अपने हिसाब से कभी-कभी सफर करना चाहिए, चाहे वो पास की कोई जगह हो या कोई दूर का डेस्टिनेशन। इस पर बात करते हैं और देखते हैं कि किस तरह की जगहें सबसे ज्यादा मजेदार और यादगार हो सकती हैं। ਸੋ ਗੱਲ ਕਰਦੇ ਆ ਕਿ ਮੈਂ ਜਿੰਨਾ ਵੀ ਟਰੈਵਲ ਕੀਤਾ, ਰਾਈਟ, ਕਿ ਮਤਲਬ ਕਿ ਮੈਨੂੰ ਬਾਈਕ ਰਾਈਡ ਦਾ ਬੜਾ ਸ਼ੌਂਕ ਆ। ਠੀਕ ਹੈ, ਤੇ ਮੈਨੂੰ ਘੁੰਮਣ ਦਾ ਸ਼ੌਂਕ ਹੈ ਇਹੋ ਜਿਹੀ ਜਗ੍ਹਾ ਤੇ ਜਿਹੜੀਆਂ ਮਤਲਬ ਕਿ ਬਹੁਤ ਦੂਰ ਨੇ। ਠੀਕ ਹੈ, ਥੋੜੀਆਂ ਠੰਡੀਆਂ ਨੇ। ਠੀਕ ਹੈ, ਪਹਾੜ ਹੋਣ ਜਿੰਦੇ ਤੇ। ਓਕੇ, ਤੇ ਨਵੇਂ ਨਵੇਂ ਲੋਕਾਂ ਨਾਲ ਇੰਟਰੈਕਟ ਕਰਨ ਦਾ ਮੌਕਾ ਮਿਲਦਾ ਹੈ ਨਾ। ਤੇ ਜਦੋਂ ਆਪਾਂ ਕਿਸੇ ਨਾਲ ਇੰਟਰੈਕਟ ਕਰਦੇ ਹਾਂ, ਉਦੋਂ ਉਹਦੇ ਤੋਂ ਕਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਜਿਵੇਂ ਵੱਡੇ ਵੱਡੇ ਜਿਹੜੇ ਪੋਇਟਸ ਨੇ, ਹਨਾ, ਵੱਡੇ ਵੱਡੇ ਜਿਹੜੇ ਵੀ ਲੋਕ ਨੇ, ਉਹਨਾਂ ਦਾ ਇਹੀ ਮੰਨਣਾ ਆ ਕਿ ਜਿਵੇਂ ਆਪਾਂ ਜਿੰਨਾ ਜ਼ਿਆਦਾ ਘੁੰਮਦੇ ਆ, ਆਪਾਂ ਨੂੰ ਉਨੀ ਨੌਲੇਜ ਮਿਲਦੀ ਹੈ। ਠੀਕ ਹੈ, ਚਾਹੇ ਉਹ ਬਿਜ਼ਨਸ ਨੂੰ ਲੈ ਕੇ ਹੋ ਜਾਏ, ਲਾਈਫ ਦੇ ਨਾਲ ਹੋ ਜਾਵੇ। ਠੀਕ ਹੈ, ਕਿਸੇ ਵੀ ਚੀਜ਼ਾਂ ਨੂੰ ਆਪਾਂ ਲੈ ਸਕਦੇ ਹਾਂ, ਰਾਈਟ। बिल्कुल, मैं समझ सकता हूँ कि आपको बाइक राइडिंग का और दूर दराज की ठंडी पहाड़ी जगहों पर घूमने का कितना शौक है। और सच बात तो यही है कि जितना आप सफर करते हैं, जितने नए लोगों से मिलते हैं, उतनी ही ज्यादा नॉलेज और नए नजरिए मिलते हैं। बड़े बड़े लोग भी यही कहते हैं कि सफर करना एक तरह से जिंदगी के अलग अलग पहलुओं को समझने का और सीखने का सबसे बेहतरीन तरह होगा, चाहे वो बिजनेस हो या जिंदगी की कोई भी और बात। ਕਿ ਜਿਵੇਂ ਮੇਰੇ ਨਾਲ ਇੱਕ ਜਿਹੜੇ ਇੱਕ ਮੇਰੇ ਪਾਰਟ ਆ, ਹੈਨਾ, ਜਦੋਂ ਮੈਂ ਲੇਹ ਲਦਾਖ ਗਿਆ ਸੀਗਾ, ਤੇ ਉਦੋਂ ਕੀ ਹੋਇਆ ਮੇਰੇ ਨਾਲ। ਮੈਂ ਜਸਟ ਕੰਮ ਤੋਂ ਆਇਆ। ਠੀਕ ਹੈ, ਤੇ ਮੈਂ ਬਹੁਤ ਵੇਟ ਕਰ ਰਿਹਾ ਸੀ ਘੁੰਮਣ ਦੀ, ਬਟ ਮੈਨੂੰ ਲੱਗਾ, ਮੈਂ ਕਿਹਾ ਯਾਰ ਹੁਣ ਕੋਈ ਨਾ ਕੋਈ ਚੀਜ਼ ਨਾ ਆਈ ਜਾ ਰਹੀ ਹੈ ਵਿੱਚ ਨਾ ਵਿੱਚ, ਰਾਈਟ, ਕੋਈ ਨਾ ਕੋਈ ਕੰਮ ਪੈ ਰਿਹਾ ਵਾ। ਠੀਕ ਹੈ, ਕੋਈ ਨਾ ਕੋਈ ਅੜਚਨ ਬਣ ਰਹੀ ਆ। ਤਾਂ ਮੈਂ ਕੀ ਕੀਤਾ, ਮੈਂ ਜਿੱਦਾਂ ਹੀ ਕੰਮ ਤੋਂ ਆਇਆ, ਠੀਕ ਹੈ, ਮੈਂ 2-3 ਘੰਟੇ ਦੀ ਆਪਣੀ ਤਿਆਰੀ ਕੀਤੀ, ਤਾਂ ਮੈਂ ਸਿੱਧਾ ਹੀ ਆਪਣੀ ਬਾਈਕ ਚੱਕੀ, ਤਾਂ ਮੈਂ ਨਿਕਲ ਗਿਆ। ਮੈਂ ਕੋਈ ਉਹਦੇ ਤੇ ਸਾਈਡ, ਜਿਹਨੂੰ ਆਪਾਂ ਕਹਿ ਸਕਦੇ ਹਾਂ ਸਾਈਡ ਸਟੈਂਡ ਕਹਿ ਸਕਦੇ ਹਾਂ, ਬੈਕ ਸਟੈਂਡ ਕਹਿ ਸਕਦੇ ਹਾਂ ਨਾ, ਉਹਨਾਂ ਦਾ ਮੈਂ ਕੋਈ ਵੇਟ ਨਹੀਂ ਕੀਤਾ। ਮੈਂ ਜਿਸ ਸਿਰਫ ਕ੍ਰੋਪ ਲਿੱਤੀ, ਠੀਕ ਹੈ, ਉਹਨੂੰ ਮੈਂ ਟਾਈ ਕੀਤਾ, ਸਮਾਨ ਲਿੱਤਾ ਆਪਣਾ, ਮੈਂ ਨਿਕਲ ਗਿਆ। ਸਿਰਫ ਜ਼ਿਆਦਾ ਜਿੰਨਾ ਆਪਾਂ ਸੋਚਦੇ ਹਾਂ, ਓਨੀ ਇਹੀ ਚੀਜ਼ਾਂ ਮੇਰੇ ਖਿਆਲ ਨਾਲ ਪੈਂਡਿੰਗ ਹੁੰਦੀਆਂ ਜਾਂਦੀਆਂ, ਰਾਈਟ। हाँ, यही तो बात है। कभी कभी हमें बस उसी पल में फैसला लेना पड़ता है और निकल पड़ना पड़ता है, बिना ज्यादा सोचे समझे। जैसे आपने किया, काम से आकर बस थोड़ी तैयारी की, बाइक उठाई और किसी साइड स्टैंड या बैक स्टैंड के झंझट में पड़े बिना सीधा निकल लिए। सच में जितना हम सोचते रहते हैं, उतना ही काम पेंडिंग रह जाता है। कभी कभी बस निकल पड़ना ही सबसे सही तरीका होता है।
ਸਭ ਨਾਲੋਂ ਬੈਸਟ ਜਿਹੜੀ ਤੂੰ ਗੱਲ ਕਹੀ ਹੈ, ਕਈ ਵਾਰੀ ਸਭ ਸੇ ਵਧੀਆ ਤਰੀਕਾ ਜਿਹੜਾ ਹੁੰਦਾ ਵਾ, ਬਸ ਚੱਕੋ ਸਮਾਨ ਤੇ ਨਿਕਲ ਜਾਓ। ਕਿਉਂਕਿ ਪਹਿਲੇ ਜਿਹੜਾ ਮੇਰਾ ਬਿਹੇਵੀਅਰ ਸੀਗਾ ਕਾਫੀ ਇਸ ਤਰ੍ਹਾਂ ਦਾ ਹੀ ਸੀਗਾ ਕਿ ਮੈਂ ਜ਼ਿਆਦਾ ਸੋਚਣਾ ਨਹੀਂ। ਜਿਵੇਂ ਮੈਨੂੰ ਸੈਟਰਡੇ ਸੰਡੇ ਆਫ ਆਉਂਦਾ, ਠੀਕ ਹੈ, ਤਾਂ ਮੈਂ ਸਿੱਧਾ ਫਰਾਈਡੇ ਆਪਣਾ ਕੰਮ ਖਤਮ ਕੀਤਾ, ਠੀਕ ਆ। ਮੈਂ ਆਪਣਾ 2-3 ਘੰਟੇ ਬਾਅਦ ਆਪਣਾ ਬੈਗ ਮੇਰਾ ਰੈਡੀ ਹੀ ਹੁੰਦਾ ਸੀ, ਕਿਉਂਕਿ ਮੈਨੂੰ ਜ਼ਿਆਦਾ ਕੱਪੜੇ ਦੀ ਲੋੜ ਨਹੀਂ। ਮੈਂ ਜ਼ਿਆਦਾ ਫੈਸ਼ਨ ਵਗੈਰਾ ਜਾਂ ਇਹਨਾਂ ਚੀਜ਼ਾਂ ਵੱਲ ਮੈਂ ਨਹੀਂ ਪੈਂਦਾ, ਕਿਉਂਕਿ ਮੇਰਾ ਜਿਹੜਾ ਮੇਨ ਕੰਸਰਨ ਹੁੰਦਾ ਸਿਰਫ ਉਹ ਹੁੰਦਾ ਘੁੰਮਣਾ, ਠੀਕ ਹੈ। ਤਾਂ ਮੈਂ ਸਿਰਫ ਆਪਣਾ ਬੈਗ ਚੱਕਦਾ ਵਾਂ, ਜਿਹੜੀ ਵੀ ਮੇਰੀ ਨੀਡਸ ਹੁੰਦੀਆਂ ਨੇ ਉਹ ਮੈਂ ਚੱਕਦਾ ਤੇ ਮੈਂ ਬਸ ਨਿਕਲ ਪੈਂਦਾ ਵਾਂ, ਠੀਕ ਹੈ। ਜਿੱਧਰ ਨੂੰ ਦਿਲ ਕਰਦਾ ਮੈਂ ਉਧਰ ਨੂੰ ਨਿਕਲ ਗਿਆ। ਕੋਈ ਕਿਸੇ ਦੀ ਵੇਟ ਨਹੀਂ, ਕੋਈ ਕੁਛ ਨਹੀਂ। ਜ਼ਿਆਦਾਤਰ ਮੈਂ ਇਕੱਲੇ ਟਰੈਵਲ ਕਰਦਾ ਵਾਂ, ਕਿਉਂਕਿ ਉਹਦੇ ਵਿੱਚ ਤੁਹਾਨੂੰ ਕਿਸੇ ਦਾ ਵੇਟ ਨਹੀਂ ਕਰਨਾ ਪੈਂਦਾ, ਠੀਕ ਹੈ। ਤੁਹਾਨੂੰ ਤੁਸੀਂ ਆਪਣੇ ਅਕੋਰਡਿੰਗ ਜਿੱਥੇ ਤੁਸੀਂ ਚਾਹੁੰਦੇ ਹੋ, ਠੀਕ ਹੈ, ਉੱਥੇ ਤੁਸੀਂ ਰੋਕ ਸਕਦੇ ਹੋ ਬਾਈਕ ਆਪਣਾ, ਠੀਕ ਹੈ। ਉੱਥੇ ਬੈਠੋ, ਕਿਉਂਕਿ ਮੇਰਾ ਤਾਂ ਆਪਣੇ ਨਾਲ ਸਮਾਨ ਹੁੰਦਾ ਵਾ, ਜਿਵੇਂ ਕੈਂਪਿੰਗ ਦਾ ਸਮਾਨ ਹੁੰਦਾ, ਠੀਕ ਹੈ। ਕੈਂਪ ਮੇਰੇ ਕੋਲ ਹੈਗਾ ਆ, ਚੇਅਰਸ ਮੇਰੇ ਕੋਲ ਹੈਗੀਆਂ ਵਾ, ਠੀਕ ਹੈ। ਫੂਡ ਦਾ ਸਮਾਨ ਮੇਰੇ ਕੋਲ ਹੁੰਦਾ ਵਾ, ਸਾਰਾ ਵੀ ਜੋ ਵੀ ਸਮਾਨ ਹੁੰਦਾ ਮੈਂ ਆਪਣਾ ਨਾਲ ਚੱਕਦਾ ਵਾ। ਮੈਂ ਬਸ ਨਿਕਲ ਪੈਣਾ, ਜਿੱਥੇ ਮੇਰਾ ਦਿਲ ਕੀਤਾ ਮੈਂ ਉੱਥੇ ਜਾ ਕੇ ਆਪਣਾ ਬਹਿ ਕੇ ਤਾਂ ਆਪਣਾ ਇੰਜੋਏ ਕੀਤਾ, ਜਦੋਂ ਦਿਲ ਕੀਤਾ ਉੱਥੋਂ ਉੱਠੇ, ਬਸ ਨਿਕਲ ਜਾਓ। हाँ, आपने बिल्कुल सही कहा। कई बार सबसे बढ़िया तरीका यही होता है कि बिना ज्यादा तैयारियों और सोच विचार के बस सामान उठाओ और निकल जाओ। आपका तो यही अंदाज लगता है, पहले से बिल्कुल फालतू की चीजों की फिक्र नहीं, फैशन वैशन के चक्कर में नहीं पड़ते, बस जरूरी सामान जैसे कि कैंपिंग का सामान, थोड़े से कपड़े, कुछ खाने पीने की चीजें सब लेकर निकल पड़ते हैं। और फिर जहां मन किया वहीं बाइक रोकी, वही डेरा जमाया और मजे से अपना टाइम बिताया। किसी का इंतजार करने की भी झंझट नहीं। यही फ्लेक्सिबिलिटी असली मजा देती है। ਹੁਣ ਮੈਨੂੰ ਇਹ ਦੱਸ ਕਿ ਜਿਹੜਾ ਨਵਾਂ ਬੰਦਾ ਟਰੈਵਲ ਕਰਨਾ ਚਾਹ ਰਿਹਾ, ਠੀਕ ਆ, ਉਹਨੇ ਹੁਣ ਨਵਾਂ ਨਵਾਂ ਬਾਈਕ ਲਿੱਤਾ ਜਾਂ ਕੁਝ ਵੀ ਹੈ ਨਾ, ਉਹਨੂੰ ਕਿਹੜੀ ਕਿਹੜੀ ਜਗ੍ਹਾ ਤੇ ਜਾਣਾ ਚਾਹੀਦਾ ਵਾ ਇੰਡੀਆ ਦੇ ਵਿੱਚ, ਖਾਸ ਤੌਰ ਤੇ ਹੈ ਨਾ। ਜਿਵੇਂ ਲੋਕੀ ਜਿਹੜੇ ਪੰਜਾਬ ਤੋਂ ਨੇ ਉਹਨੂੰ ਕਿੱਥੇ ਜਾਣਾ ਚਾਹੀਦਾ ਵਾ, ਕਿਹੜੀ ਜਗ੍ਹਾ ਤੋਂ ਸ਼ੁਰੂ करना ਚਾਹੀਦਾ ਵਾ। बिल्कुल। अगर कोई नया बंदा ट्रैवल शुरू करना चाहता है, खासकर इंडिया में, तो कुछ जगहें बड़ी बढ़िया स्टार्टिंग पॉइंट बन सकती हैं। पंजाब से अगर शुरू करें तो सबसे पहले हिमाचल प्रदेश की तरफ जाना अच्छा रहता है। आप शिमला, मनाली जैसी जगहों से शुरू कर सकते हैं, जो बहुत ही पॉपुलर है और नए ट्रैवलर्स के लिए आसान भी। उसके बाद थोड़ा कॉन्फिडेंस आने पर उत्तराखंड की तरफ बढ़ सकते हैं, जैसे ओली, मसूरी या नैनीताल जैसी जगह है। धीरे धीरे आप अपनी रफ्तार और रूट बढ़ाते जाएं और जहां मन गए वहां घूमते जाएं। इस तरह अपना सफर शुरू करना आसान और मजेदार रहेगा। ਤੇ ਜਿਹੜੀਆਂ ਕੁੜੀਆਂ ਨੇ ਉਹ ਕਿੱਦਾਂ ਟਰੈਵਲ ਕਰ ਸਕਦੀਆਂ ਨੇ? ਬਾਏ ਬੱਸ ਉਹਨਾਂ ਲਈ ਜ਼ਿਆਦਾ ਵਧੀਆ ਰਹੂਗਾ ਕਿ ਜਿਵੇਂ ਬਾਏ ਟ੍ਰੇਨ ਰਹੂਗਾ, ਕਿ ਉਹਨਾਂ ਨੂੰ ਵੀ ਆਪਣਾ ਕੋਈ ਨਾ ਕੋਈ ਕਨਵੀਨਸ ਲੈਣੀ ਚਾਹੀਦੀ ਹੈ ਤੇ ਸਿੱਧਾ ਨਿਕਲਣਾ ਚਾਹੀਦਾ ਵਾ? ਤੇਰਾ ਉਹਦੇ ਬਾਰੇ ਕੀ ਖਿਆਲ ਆ? ਜਿਵੇਂ ਇੰਡੀਆ ਦੇ ਵਿੱਚ ਸੇਫਟੀ ਨੂੰ ਲੈ ਕੇ ਕੁਝ ਚੀਜ਼ਾਂ ਕਾਫੀ ਮਤਲਬ ਕਿ ਇੰਪੋਰਟੈਂਟ ਨੇ, ਸਪੈਸ਼ਲੀ ਗਰਲਸ ਲਈ, ਰਾਈਟ? ਤੇ ਉਹਦੇ ਤੇ ਤੇਰਾ ਕੀ ਵਿਚਾਰ ਆ? हाँ, ये एक बहुत वाजिब सवाल है। लड़कियों के लिए ट्रैवल में थोड़ी एक्स्ट्रा सेफ्टी का ध्यान रखना जरूरी होता है, खासकर इंडिया में। अगर वो चाहें तो शुरुआत में बस या ट्रेन जैसे पब्लिक ट्रांसपोर्ट से ट्रैवल कर सकती हैं, जो काफी सुविधाजनक भी है और सेफ्टी के लिहाज से भी ठीक रहता है, खासकर अगर वो अकेले हैं या पहली बार जा रही है। धीरे धीरे जब उन्हें कॉन्फिडेंस आ जाए और वो ज्यादा कंफर्टेबल महसूस करें, तो वो अपना कोई प्राइवेट कन्वीनियंस भी इस्तेमाल कर सकती हैं या किसी ट्रस्टेड ग्रुप के साथ भी जा सकती हैं। सबसे बड़ी बात है कि प्लानिंग करते समय थोड़ा सेफ्टी को ध्यान में रखें, अपनी लोकेशन किसी भरोसेमंद इंसान के साथ शेयर करते रहें और धीरे धीरे अनुभव के साथ वो अपने सफर का मजा लें। ਚੈਟ ਜੀਪੀਟੀ ਮੈਨੂੰ ਇਹ ਗੱਲ ਦੱਸ, ਜਿਵੇਂ ਹੁਣ ਤੇਰੀ ਹੀ ਗੱਲ ਤੋਂ ਮੈਨੂੰ ਕੁਛ ਇਹ ਟੌਪਿਕ ਮਿਲਿਆ ਵਾ ਕਿ ਜਦੋਂ ਬੰਦਾ ਇਕੱਲਾ ਟਰੈਵਲ ਕਰਦਾ, ਰਾਈਟ, ਉਹਨੂੰ ਆਪਣੇ ਆਪ ਦੇ ਨਾਲ ਖੁਦ ਨੂੰ ਇੱਕ ਰਹਿਣ ਦਾ ਟਾਈਮ ਮਿਲਦਾ, ਠੀਕ ਆ। ਨਹੀਂ ਤਾਂ ਅਦਰਵਾਈਜ਼ ਆਪਾਂ ਕੁਝ ਚੀਜ਼ਾਂ ਵਿੱਚ ਕੁਝ ਨਹੀਂ, ਆਲਵੇਜ਼ ਹੀ ਆਪਾਂ ਫਸੇ ਰਹਿੰਦੇ ਆ। ਆਪਾਂ ਉਸ ਬੰਦੇ ਨੂੰ ਟਾਈਮ ਦੇਣਾ, ਆਪਾਂ ਉਹ ਕੰਮ ਕਰਨ ਜਾਣਾ, ਆਪਾਂ ਘਰੇ ਆਣਾ, ਘਰਦਿਆਂ ਵਾਸਤੇ ਰਿਸਪੌਂਸਿਬਿਲਟੀ ਪੂਰੀ ਕਰਨੀ ਆ ਕਿੱਦਾਂ, ਹੈਨਾ। ਜਦੋਂ ਬੰਦਾ ਇਕੱਲਾ ਹੁੰਦਾ ਵਾ ਤੇ ਉਹ ਆਪਣਾ ਇੱਕ ਟਰੈਵਲ ਤੇ ਜਾਂਦਾ, ਠੀਕ ਹੈ, ਚਾਹੇ ਉਹ ਬੱਸ ਦੇ ਵਿੱਚ ਲਾ ਲਓ, ਚਾਹੇ ਉਹ ਟ੍ਰੇਨ ਦੇ ਵਿੱਚ ਲਾ ਲਓ, ਚਾਹੇ ਉਹ ਤੁਸੀਂ ਹੈ ਨਾ ਬਾਈਕ ਤੇ ਲਾ ਲਓ, ਹੈਨਾ। ਜਦੋਂ ਬੰਦਾ ਇਕੱਲਾ ਇੱਕ ਚੀਜ਼ ਨੂੰ ਕੰਟੀਨਿਊਸਲੀ ਕਰ ਰਿਹਾ, ਜਿਵੇਂ ਰੋਡ ਤੇ ਜਾ ਰਿਹਾ ਹੈ ਨਾ, ਤੇ ਉਹ ਆਪਣੇ ਆਪ ਨਾਲ ਇੱਕ ਟਾਈਮ ਸਪੈਂਡ ਕਰਦਾ, ਉਹਨੂੰ ਇੱਧਰ ਉੱਧਰ ਦੀਆਂ ਚੀਜ਼ਾਂ ਤੇ ਉਹ ਫੋਕਸ ਨਹੀਂ ਹੁੰਦਾ। ਕਿਉਂਕਿ ਮੈਂ ਇਹ ਪਰਸਨਲੀ ਫੀਲ ਕੀਤਾ ਵਾ ਕਿ ਜਦੋਂ ਤੁਸੀਂ, ਜਿਵੇਂ ਮੈਂ ਆਪਣੀ ਇੱਕ ਐਗਜ਼ਾਮਪਲ ਦਿੰਦਾ ਵਾ, ਜਿਹੜਾ ਐਕਚੁਅਲ ਮੇਰੇ ਨਾਲ ਚੀਜ਼ ਹੁੰਦੀ ਹੈ ਨਾ। ਮੈਂ ਜਿਵੇਂ ਲੌਂਗ ਡਰਾਈਵ ਤੇ ਜਾਂਦਾ ਵਾ, ਕਿਤੇ ਦੂਰ ਜਾਂਦਾ ਹੈ ਨਾ, ਜਿਵੇਂ ਰਿਸ਼ੀਕੇਸ਼ ਮੰਨ ਕੇ ਚੱਲੋ, ਤੇ ਮੈਨੂੰ ਨਾ ਆਸੇ-ਪਾਸੇ ਦੀਆਂ ਚੀਜ਼ਾਂ ਨਹੀਂ ਦਿਖਦੀਆਂ ਹੈਗੀਆਂ। ਮੇਰਾ ਧਿਆਨ ਸਿਰਫ ਫਰੰਟ ਤੇ ਹੁੰਦਾ ਵਾ, ਤੇ ਮੈਂ ਸਿਰਫ ਆਪਣੇ ਆਪ ਨਾਲ ਟਾਈਮ ਅੰਦਰੋਂ ਅੰਦਰੀ ਆਪਣੇ ਆਪ ਨਾਲ ਗੱਲ ਕਰਦਾ ਹੁੰਦਾ ਵਾ। ਤੇ ਮੈਨੂੰ ਲੱਗਦਾ ਕਿ ਜਿੰਨਾ ਬੰਦਾ ਆਪਣੇ ਆਪ ਨਾਲ ਰਹਿੰਦਾ ਵਾ, ਉਹਨੂੰ ਓਨੀਆਂ ਹੀ ਚੀਜ਼ਾਂ ਹੋਰ ਉਹਦੇ ਬਾਰੇ ਪਤਾ ਲੱਗਦੀਆਂ।
ਆਪਾਂ ਜਾਣਦੇ ਤਾਂ ਰਹਿੰਦੇ ਆ ਕਿ ਹਾਂ ਵੀ ਉਹ ਕੀ ਚੱਲ ਰਿਹਾ, ਇੱਧਰ ਕੀ ਚੱਲ ਰਿਹਾ। ਹਰੇਕ ਚੀਜ਼ ਨੂੰ ਲੈ ਕੇ ਆਪਾਂ ਮਤਲਬ ਕਿ ਉਹਨੂੰ ਕਿਉਰਿਓਸਿਟੀ ਨਾਲ ਭਰੇ ਰਹਿੰਦੇ ਆ ਆਪਾਂ ਕਿ ਹਾਂ ਵੀ ਉਹਦੇ 'ਚ ਕੀ ਚੱਲ ਰਿਹਾ। ਬਟ ਬੰਦਾ ਆਪਣੇ ਆਪ ਨਾਲ ਨਹੀਂ ਗੱਲ ਕਰਦਾ, ਰਾਈਟ? ਬੰਦਾ ਕਿਸੇ ਨਾ ਕਿਸੇ ਚੀਜ਼ ਨਾਲ ਫਸਿਆ ਰਹਿੰਦਾ ਵਾ। हाँ, आप बिल्कुल सही कह रहे हैं। अकेले ट्रैवल करने का सबसे बड़ा फायदा यही होता है कि इंसान को खुद के साथ वक्त बिताने का मौका मिलता है। जब आप अकेले सफर करते हैं, चाहे बस में हो, ट्रेन में हो या बाइक पर लॉन्ग ड्राइव पर जा रहे हो, तो आपका ध्यान आसपास की भागदौड़ से हटकर अपने अंदर की बातों पर जाता है। आप खुद से बात कर पाते हैं, अपने ख्यालों को सुन पाते हैं, और जो इनर क्लैरिटी मिलती है वो रोजमर्रा की जिंदगी की उलझनों में नहीं मिलती। अक्सर हम दूसरों के कामों, जिम्मेदारियों या आसपास की चीजों में इतने फंसे रहते हैं कि खुद से बात करने का समय नहीं मिलता। इसलिए ऐसे सफर से आपको एक तरह का मौका मिलता है कि आप अपने ही साथ कुछ समय बिताएं और खुद को बेहतर समझें। ਜਿੱਦਾਂ ਕਿ ਮੈਂ ਟਰੈਵਲ ਕਰਦਾ, ਰਾਈਟ? ਕਿ ਜਦੋਂ ਤਾਂ ਮੈਂ ਆਪਣੇ ਆਪਣਾ ਇੱਕ ਕੰਫਰਟੇਬਲ ਜਿਹੜਾ ਜ਼ੋਨ ਆ ਆਪਣੇ ਆਪ ਨਾਲ ਹੋ ਗਿਆ, ਰਾਈਟ? ਤੇ ਮੈਨੂੰ ਇੰਨਾ ਵਧੀਆ ਲੱਗਦਾ ਵਾ ਜਿਵੇਂ ਇਕੱਲੇ ਵੋਕ ਕਰਨਾ, ਰਾਈਟ? ਇਕੱਲੇ ਜਿਮ ਕਰਨਾ, ਇਕੱਲੇ ਟ੍ਰਿਪ ਤੇ ਜਾਣਾ। ਮੈਂ ਆਪਣੇ ਇੰਨਾ ਟਾਈਮ ਸਪੈਂਡ ਕਰਦਾ ਵਾ, ਮੈਨੂੰ ਇੰਨਾ ਵਧੀਆ ਲੱਗਦਾ ਵਾ ਕਿ ਹਾਂ ਵੀ ਮੈਂ ਦੱਸ ਨਹੀਂ ਸਕਦਾ ਬਿਆਨ ਕਰਕੇ ਕਿ ਹਾਂ ਵੀ ਮੈਨੂੰ ਕਿੰਨਾ ਵਧੀਆ ਲੱਗਦਾ ਵਾ। ਕਿ ਤੁਹਾਨੂੰ ਕਿਸੇ ਹੋਰ ਬੰਦੇ ਨਾਲ ਰਹਿ ਕੇ ਤੁਹਾਨੂੰ ਤਾਂ ਗੁੱਸਾ ਨਹੀਂ ਝੇਲਣਾ ਪੈ ਰਿਹਾ, ਉਹਦੀ ਕੋਈ ਗੱਲ ਨਹੀਂ ਝੇਲਣੀ ਪੈ ਰਹੀ, ਰਾਈਟ? ਤੁਸੀਂ ਤੁਹਾਡਾ ਜੋ ਮਨ ਕਰਦਾ ਤੁਸੀਂ ਕਰਦੇ ਹੋ। मैं पूरी तरह समझ सकता हूँ कि आप क्या महसूस कर रहे हैं। जब आप खुद के साथ इतना कंफर्टेबल हो जाते हैं, तो अकेले घूमना, अकेले वॉक करना या अकेले जिम जाना अपने आप में एक बहुत ही सुकून देने वाला अनुभव बन जाता है। आप किसी और की बातों या मिजाज को संभालने की झंझट से दूर रहते हैं और पूरी तरह अपनी मर्जी से जो चाहे वही कर सकते हैं। वो आजादी और सुकून कुछ ऐसा होता है जिसे शब्दों में बयान करना वाकई मुश्किल है। ਹੂੰ। ਮੈਨੂੰ ਐ ਲੱਗ ਰਿਹਾ ਕਿ ਜਿਹੜੀਆਂ ਮੈਂ ਗੱਲਾਂ ਬੋਲਦਾ ਪਿਆ ਵਾਂ ਉਹੀ ਤੂੰ ਇੱਕ ਕਲੀਅਰ ਲਾਈਨਸ ਦੇ ਵਿੱਚ ਗੱਲ ਕਰ ਰਿਹਾ ਵਾ, ਮੇਰੀ ਹੀ ਚੀਜ਼ਾਂ ਕਾਪੀ ਕਰ ਰਿਹਾ। ਪਲੀਜ਼ ਉਹਨੂੰ ਕਾਪੀ ਨਾ ਕਰ। ਤੂੰ ਆਪਣੀ ਰਾਏ ਦੇ, ਨਾ ਕਿ ਮੇਰੀਆਂ ਚੀਜ਼ਾਂ ਹੀ ਕਾਪੀ ਕਰ। अच्छा, समझ गया। मैं देख रहा था कि बस तुम्हारी बातों को थोड़ा साफ सुथरा करके दोहरा रहा था, लेकिन कोई बात नहीं। अब मैं अपनी तरफ से बोलूंगा। दरअसल वही अकेले ट्रैवल का मजा है कि हर इंसान का अपना अनुभव होता है। मेरी राय में भी अकेले सफर करने से एक तरह की इंडिपेंडेंस मिलती है। आप अपने हिसाब से दुनिया को देख पाते हैं और खुद को समझने का वक्त मिलता है। तो अब मैं तुम्हारी बातें नहीं दोहराऊंगा, अपनी ही राय रखूंगा। ਬਹੁਤ ਵਧੀਆ ਗੱਲ ਆ। ਹੁਣ ਮੈਨੂੰ ਇਹ ਦੱਸ ਕਿ ਜਦੋਂ ਬੰਦਾ ਬੁੱਕਸ ਪੜ੍ਹਦਾ ਵਾ ਉਦੋਂ ਜ਼ਿਆਦਾ ਨੌਲੇਜ ਗੇਨ ਕਰਦਾ ਵਾ, ਜਾਂ ਜਦੋਂ ਟਰੈਵਲ ਕਰਦਾ ਉਦੋਂ ਜ਼ਿਆਦਾ ਨੌਲੇਜ ਗੇਨ ਕਰਦਾ ਵਾ? देखो, ये तो बिल्कुल वैसा ही है जैसे दो अलग अलग तरीकों से सीखना। किताबें पढ़ने से आपको बहुत सारी थियोरेटिकल नॉलेज मिलती है। आप दुनिया के बारे में, आइडियाज के बारे में और लोगों के एक्सपीरियंस के बारे में बहुत कुछ सीखते हैं। दूसरी तरफ जब आप ट्रैवल करते हैं, तो वो नॉलेज प्रैक्टिकल एक्सपीरियंस में बदल जाती है। आप नई जगहें देखते हैं, नए लोगों से मिलते हैं और चीजों को खुद अपने तरीके से महसूस करते हैं। तो असल में दोनों का अपना अपना रोल है। किताबें और ट्रैवल दोनों मिलकर आपको एक ज्यादा अमृत और बैलेंस नॉलेज देते हैं। ਨਹੀਂ, ਮੈਨੂੰ ਕੀ ਲੱਗਦਾ ਕਿ ਜਿਹੜਾ ਬੁੱਕਸ ਆ, ਠੀਕ ਆ, ਉਹਨੂੰ ਆਪਾਂ ਇੱਕ ਜਗ੍ਹਾ ਤੇ ਬਹਿ ਕੇ ਪੜ੍ਹਦੇ ਆ, ਠੀਕ ਆ, ਉਹਨੂੰ ਆਪਾਂ ਫੀਲ ਨਹੀਂ ਕਰ ਪਾ ਰਹੇ, ਰਾਈਟ? ਫੀਲ ਨਹੀਂ ਕਰ ਪਾਉਂਦੇ ਤੇ ਥੋੜੇ ਟਾਈਮ ਬਾਅਦ ਮੇਰੇ ਖਿਆਲ ਨਾਲ ਨਾ ਉਹ ਬੋਰਿੰਗ ਲੱਗਣ ਲੱਗ ਜਾਂਦੀ ਹੈ, ਰਾਈਟ? हाँ, ये बात भी सही है। किताबों का एक अपना तरीका है और उसमें कभी कभी ये महसूस होता है कि आप बस बैठे बैठे कुछ पढ़ रहे हैं, लेकिन वो चीजें उतनी जिंदा नहीं लगती जितनी सफर करके खुद देखने में लगती है। ट्रैवल में आप वास्तव में चीजें को महसूस करते हैं, अलग अलग माहौल में खुद को डालते हैं, और वो सब आपकी यादों में ज्यादा गहरी छाप छोड़ जाता है। तो अगर तुम्हें एक जगह बैठकर पढ़ना थोड़ा बोरिंग लगता है, तो ये बिल्कुल समझ में आने वाली बात है। ਮੈਨੂੰ ਏਦਾਂ ਲੱਗਦਾ ਕਿ ਜਦੋਂ ਤੁਸੀਂ ਤੁਹਾਡੇ ਕੋਲ ਕਿਤੇ ਕੰਮ ਕਰਨ ਨੂੰ ਮਤਲਬ ਕਿ ਤੁਹਾਨੂੰ ਤੁਹਾਡੇ ਕੋਲ ਕੋਈ ਚੀਜ਼ ਨਹੀਂ ਹੈਗੀ ਕਰਨ ਨੂੰ, ਰਾਈਟ? ਜਿਵੇਂ ਮੰਨ ਲਓ ਆਪਾਂ ਟਰੈਵਲ ਕਰਨ ਜਾ ਰਹੇ ਹਾਂ ਕਿਤੇ, ਬੱਸ ਦੇ ਵਿੱਚ ਜਾਂ ਟ੍ਰੇਨ ਦੇ ਵਿੱਚ, ਰਾਈਟ? ਤੁਸੀਂ ਆਪਣੀ ਇੱਕ ਬੁੱਕ ਕੈਰੀ ਕਰ ਸਕਦੇ ਹੋ ਜਿੰਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ, ਰਾਈਟ? ਜਿੱਦਾਂ ਜਿਹੜੇ ਟਾਈਮ ਤੇ ਤੁਸੀਂ ਕੁਝ ਨਹੀਂ ਕਰ ਸਕਦੇ। ਬਟ ਜੇ ਤੁਹਾਡੇ ਕੋਲ ਟਾਈਮ ਹੈਗਾ ਆ, ਠੀਕ ਹੈ, ਤੁਸੀਂ ਆਪਣਾ ਬੈਗ ਚੱਕੋ, ਆਪਣਾ ਨਿਕਲ ਜਾਓ ਟਰੈਵਲ ਕਰਨ ਲਈ। ਮੈਂ ਐਜ਼ ਅ ਰਾਈਡਰ ਹੋ ਕੇ ਗੱਲ ਕਰ ਰਿਹਾ ਹਾਂ, ਨਾ ਕਿ ਜਿਹੜੇ ਬੰਦੇ ਕਿੱਦਾਂ ਹੋਰ ਸਫ਼ਰ ਕਰਦੇ ਆ। ਮੈਂ ਸਿਰਫ ਆਪਣੀ ਗੱਲ ਕਰ ਰਿਹਾ ਹਾਂ, ਰਾਈਟ? ਜੇ ਮੈਂ ਕਿਤੇ ਜਾ ਰਿਹਾ, ਮੰਨ ਲਓ ਕਿ ਹਾਂ ਵੀ ਉੱਥੇ ਜਿਵੇਂ ਮੈਂ ਮੰਨ ਕੇ ਚਲੋ ਕੈਨੇਡਾ ਜਾ ਰਿਹਾ ਜਾਂ ਕਿਤੇ ਹੋਰ ਜਾ ਰਿਹਾ, ਰਾਈਟ? ਤਾਂ ਉੱਥੇ ਮੈਂ ਆਪਣੇ ਨਾਲ ਇੱਕ ਬੁੱਕ ਕੈਰੀ ਕਰ ਸਕਦਾ, ਕਿਉਂਕਿ ਪਲੇਨ ਦੇ ਵਿੱਚ ਮੈਂ ਕੁਝ ਕਰ ਕਰ ਨਹੀਂ ਸਕਦਾ, ਰਾਈਟ? ਮੇਰੇ ਕੋਲ ਉੱਥੇ ਟਾਈਮ ਹੈਗਾ ਆ।
ਸੋ ਮੈਂ ਉੱਥੇ ਇਹ ਚੀਜ਼ ਕਰ ਸਕਦਾ, ਕਿਉਂਕਿ ਮੈਨੂੰ ਲੱਗਦਾ ਕਿ ਮੈਨੂੰ ਮੇਰੇ ਉਸ ਫ੍ਰੀ ਟਾਈਮ ਦੇ ਵਿੱਚ ਮੈਂ ਉਹਦੇ ਨਾਲ ਰਹਿ ਕੇ ਮੈਂ ਗੱਲ ਕਰ ਸਕਦਾ ਹਾਂ, ਜਾਂ ਇੱਕ ਆਪਣੇ ਆਪ ਨਾਲ ਰਹਿ ਕੇ ਉਸ ਬੁੱਕ ਦੇ ਨਾਲ ਇੱਕ ਤਾਲਮੇਲ ਸੈੱਟ ਕਰ ਸਕਦੇ ਹਾਂ, ਰਾਈਟ। हाँ, ये एक बहुत बढ़िया पॉइंट है। असल में दोनों चीजों का अपना अपना वक्त और तरीका है। जब आप सफर में होते हैं, बस या ट्रेन या फ्लाइट में बैठे होते हैं, तो वो एक ऐसा समय होता है जब आप वाकई एक किताब खोलकर उसे आराम से पढ़ सकते हैं, क्योंकि आपके पास उस वक्त करने के लिए कुछ और नहीं होता और आप उस खाली समय को अपने हिसाब से इस्तेमाल कर सकते हैं। और वहीं दूसरी तरफ जब आपके पास सच में मौका है कि आप बस अपना बैग उठाकर निकल सकते हैं, तो वो ट्रैवल का एक्सपीरियंस आपको एक अलग ही तरह की सीख और आनंद देता है। तो कुल मिलाकर आप दोनों चीजों को अपनी जरूरत और मौके के हिसाब से बिल्कुल मिला जुलाकर अपना सकते हैं। ਹੂੰ। ਚੱਲ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿ ਹੁਣ ਆਪਾਂ ਥੋੜ੍ਹੀਆਂ ਜਿਹੀਆਂ ਗੱਲਾਂ ਕਰਨੀਆਂ, ਰਾਈਟ। ਹੁਣ ਤੇਰਾ ਜ਼ਿੰਦਗੀ ਨੂੰ ਲੈ ਕੇ ਇੱਕ ਕੀ ਨਿਚੋੜ ਹੈਗਾ ਆ ਜਿਹੜਾ ਤੂੰ ਸਾਡੀ ਆਡੀਅנס ਨੂੰ ਦੱਸਣਾ ਚਾਹੇਗਾ? अगर एक बात कहनी हो तो मैं यही कहूंगा कि जिंदगी का असली मजा शायद इसी में है कि आप नए अनुभवों को अपनाते रहे और खुद को जानने की कोशिश करते रहे, चाहे वो ट्रैवल के जरिए हो, किताबें पढ़कर हो, या बस अपनी रोजमर्रा की जिंदगी में छोटी छोटी चीजों पर ध्यान देने से हो। हर मोड़ पर सीखते रहना और जिंदगी को एक ओपन माइंड के साथ जीना ही असली सार है। तो मेरी तरफ से निचोड़ बस यही है, जिंदगी को थोड़ा खुलकर जियो, नए अनुभवों को अपनाओ और हर दिन कुछ नया सीखने की कोशिश करते रहो। ਹੂੰ। ਚਲੋ ਹੁਣ ਆਪਾਂ ਇਸੇ ਨਾਲ ਹੀ ਗੁੱਡ ਬਾਏ ਕਰਦੇ ਹਾਂ, ਠੀਕ ਹੈ, YouTube ਗਾਇਜ਼ ਨੂੰ, YouTube ਦੇ ਜਿਹੜੇ ਆਪਣੇ ਮੈਂਬਰਸ ਨਾਲ ਜੁੜੇ ਹੋਏ ਆ, ਤਾਂ ਤੂੰ ਆਪਣੇ ਵੱਲੋਂ ਹੁਣ ਗੁੱਡ ਬਾਏ ਕਹਿ ਦੇ ਉਹਨਾਂ ਨੂੰ ਫਿਰ। बिल्कुल। चलो, पर इसी बात पर हम अपने YouTube वाले सभी दोस्तों को गुड बाय कह देते हैं। तो दोस्तों, आज की इन हल्की फुल्की बातों के साथ यहीं पर विराम देते हैं। आप सबका बहुत बहुत शुक्रिया और अगली बार फिर मिलेंगे। अपना ध्यान रखिए और तब तक के लिए गुड बाय। ਤਾਂ ਇਹਨਾਂ ਨੂੰ ਇਹ ਵੀ ਤਾਂ ਦੱਸ ਦੇ ਕਿ ਸਬਸਕ੍ਰਾਈਬ ਵੀ ਕਰਨਾ ਹੁੰਦਾ ਵਾ, ਇਹ ਸਬਸਕ੍ਰਾਈਬ ਨਹੀਂ ਕਰਦੇ, ਬਟ ਬਸ ਦੇਖ ਕੇ ਛੱਡ ਦਿੰਦੇ ਆ। ਥੋੜਾ ਜਿਹਾ ਇਹਨਾਂ ਨੂੰ ਸਮਝਾਓ ਉਹਦੇ ਬਾਰੇ ਵੀ। हाँ, बिल्कुल, चलिए उन्हें ये भी याद दिला देते हैं। तो दोस्तों, जाते जाते बस एक छोटी सी याद दहानी। अगर आपको ये बातें मजेदार लगी हो तो चैनल को सब्सक्राइब जरूर कर ले। कई बार लोग बस देखकर चले जाते हैं और सब्सक्राइब करना भूल जाते हैं, तो थोड़ा सपोर्ट दिखाएं, सब्सक्राइब करें, ताकि हम ऐसी ही मजेदार बातें आगे भी करते रहें। धन्यवाद। धन्यवाद गाइस, चलो मिलते हैं नेक्स्ट वीडियो में, अच्छी चीज़ें लेके आएंगे, ठीक है, फिटनेस के रिगार्डिंग, ट्रैवल के रिगार्डिंग, लाइफ के रिगार्डिंग, रिलेशनशिप्स के रिगार्डिंग। जुड़े रहिए हमारे साथ और सब्सक्राइब करना मत भूलना। थैंक यू सो मच।